ਸੱਜਣੋ ਤੇ ਮਿੱਤਰੋ ਫੈਸਲਾਬਾਦ ਦੇ ਵਿੱਚ ਹਾਊਸਿੰਗ ਸੁਸਾਇਟੀਆਂ ਦੇ ਨਾਮ ਤੋਂ ਲੋਕਾਂ ਦਾ ਕਰੋੜਾਂ ਰੁਪਈਆ ਡੁੱਬ ਚੁੱਕਿਆ। ਲੋਕ ਬੜੇ ਪਰੇਸ਼ਾਨ ਨੇ ਇਹਦੇ ਹਵਾਲੇ ਨਾਲ ਕਿ ਅਸੀਂ ਆਪਣਾ ਪੈਸਾ ਕਿਹੜੀ ਸੁਸਾਇਟੀ ਚ ਲਾਈਏ ਤੇ ਕਿਹੜੀ ਸੁਸਾਇਟੀ ਚ ਨਾ ਲਾਈਏ। ਤੇ ਇਸ ਤਰ੍ਹਾਂ ਹੀ ਜਨਾਬ ਅੱਜ ਮੈਂ ਪਹੁੰਚਿਆ ਡੀਜੀਐਫਡੀ ਆਸਿਫ ਚੌਧਰੀ ਸਾਹਿਬ ਕੋ। अस्सलाम वालेकुम सर, की हाल चाल ਤੁਹਾਡਾ? वालेकुम अस्सलाम, अल्लाह का शुक्र। ਸਰ ਬਹੁਤ ਸ਼ੁਕਰੀਆ ਤੁਸੀਂ ਸਰ ਅੱਜ ਸਾਨੂੰ ਆਪਣਾ ਟਾਈਮ ਦਿੱਤਾ। ਔਰ ਦੂਸਰਾ ਸਰ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਚੱਲੇ ਕਿਹੜੀ ਸੁਸਾਇਟੀ ਐਫਡੀਓ ਤੋਂ ਅਪਰੂਵਡ ਹੈ, ਕਿਹੜੀ ਸੁਸਾਇਟੀ ਗੈਰ ਕਾਨੂੰਨੀ, ਕਿੱਥੇ ਅਸੀਂ ਪੈਸਾ ਲਾਈਏ ਤੇ ਕਿੱਥੇ ਨਾ ਲਾਈਏ ਸਰ? ਹੁਣ ਤਾਂ ਬਹੁਤ ਜ਼ਰੀਏ ਹੈ ਲੋਕਾਂ ਨੂੰ ਇਹ ਇਨਫੋਰਮੇਸ਼ਨ ਲੈਣ ਲਈ। ਮੈਂ ਆਪਣੀ ਪੋਸਟਿੰਗ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀਤਾ ਸੀ ਜੀ ਜੀ ਉਹ ਸੋਸ਼ਲ ਮੀਡੀਆ ਪੇਜ ਬਣਾਇਆ, ਠੀਕ ਹੈ ਫਿਰ ਆਪਣੀ ਵੈਬਸਾਈਟ ਬਣਾਈ, ਫਿਰ ਇੱਕ ਹੈਲਪਲਾਈਨ ਕਾਇਮ ਕੀਤੀ ਜੀ ਜੀ 1237। ਤੁਸੀਂ ਹੁਣ ਸੋਸ਼ਲ ਮੀਡੀਆ ਪੇਜ ਦੇਖ ਲਓ, ਤੁਸੀਂ ਵੈਬਸਾਈਟ ਸਾਡੀ ਦੇਖ ਲਓ ਐਫਡੀਏ ਦੀ, ਜਾਂ ਤੁਸੀਂ ਇੱਕ ਕਾਲ ਕਰ ਲਓ, ਤੁਹਾਨੂੰ ਅਪਰੂਵਡ ਅਨਅਪਰੂਵਡ ਅੰਡਰ ਪ੍ਰੋਸੈਸ ਸੁਸਾਇਟੀਜ਼ ਦੀ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਅਗਰ ਜੀ ਜੀ ਤੁਸੀਂ ਕਾਲ ਕਰਦੇ ਹੋ ਤੇ ਅਸੀਂ 28 ਕਿਸਮ ਦੀ ਇਨਫੋਰਮੇਸ਼ਨ ਉੱਤੇ ਪ੍ਰੋਵਾਈਡ ਕਰਦੇ ਹਾਂ। ਜੀ ਜੀ ਸਿੰਗਲ ਕਾਲ ਤੇ ਉਹ 'ਚ ਅਦਰ ਦੈਨ ਹਾਊਸਿੰਗ ਸੁਸਾਇਟੀ ਇਨਫੋਰਮੇਸ਼ਨ ਵੀ ਹੈ, ਤੁਹਾਡੇ ਪਲਾਟ ਦਾ ਕੀ ਸਟੇਟਸ ਹੈ, ਘਰ ਦਾ ਕੀ ਸਟੇਟਸ ਹੈ, ਬਿਲਕੁਲ ਤੁਸੀਂ ਅਗਰ ਕੋਈ ਚੀਜ਼ ਅਪਲਾਈ ਕੀਤੀ ਹੋਈ ਉਹਦਾ ਕੀ ਸਟੇਟਸ ਹੈ, ਕਮਰਸ਼ਲਾਈਜੇਸ਼ਨ ਕਰਵਾ ਰਹੇ ਹੋ ਜੀ ਜੀ ਉਹਦਾ ਕੀ ਸਟੇਟਸ ਹੈ, ਕੋਈ ਕੰਪਲੀਸ਼ਨ ਸਰਟੀਫਿਕੇਟ ਲੈਣਾ ਉਹਦਾ ਕੀ ਸਟੇਟਸ। ਖਾਸ ਤੌਰ ਤੇ ਹਾਊਸਿੰਗ ਕਾਲੋਨੀਆਂ ਦਾ ਅਸੀਂ 3 ਕੈਟੇਗਰੀਜ਼ ਬਣਾਤੀਆਂ ਔਰ ਇਲੀਗਲ ਅਸੀਂ ਰੈੱਡ ਮਾਰਕ ਕੀਤੀਆਂ ਹੋਈਆਂ। ਲੋਕਾਂ ਦੀਆਂ ਬਿਲਕੁਲ ਚੀਖਾਂ ਨਿਕਲੀਆਂ ਇਸ ਗੱਲ ਤੇ, ਜੀ ਜੀ ਲੇਕਿਨ ਅਸੀਂ ਇਹਨੂੰ ਪ੍ਰੋਪੇਗੇਟ ਵੀ ਬੜਾ ਕੀਤਾ, ਐਡਵਰਟੀਜ਼ ਬੜਾ ਕੀਤਾ। ਐਡਵਰਟੀਜ਼ਮੈਂਟ ਅਸੀਂ ਮੁਖਤਲਿਫ ਚੈਨਲਸ ਦੇ ਥਰੂ ਕੀਤੀ, ਪ੍ਰਿੰਟ ਮੀਡੀਆ 'ਚ ਗਿਆ, ਇਲੈਕਟ੍ਰੋਨਿਕ ਮੀਡੀਆ 'ਚ ਗਿਆ, ਜੀ ਜੀ ਲੋਕਲ ਚੈਨਲਸ 'ਤੇ ਗਿਆ। ਲੇਕਿਨ ਉਹਦੇ 'ਚ ਅਗੇਨ ਗੁਜ਼ਾਰਿਸ਼ ਇਹੀ ਹੈ ਕਿ ਥੋੜ੍ਹੀ ਜਿਹੀ ਤਕਲੀਫ ਕਰ ਲੈਣ ਪੈਸੇ ਲਾਉਣ ਤੋਂ ਪਹਿਲੇ। ਜੀ ਜੀ ਐਫਡੀਏ ਅਗਰ ਕਿਸੇ ਨੇ ਨਹੀਂ ਆਉਣਾ, ਅਸੀਂ ਨਹੀਂ ਕਹਿੰਦੇ ਕਿ ਐਫਡੀਏ ਹੋ, ਸਾਡੀ ਬਿਲਕੁਲ ਹੈਲਪਲਾਈਨ ਦੇ ਕਾਲ ਕਰ ਲਓ ਜੀ ਜੀ ਜਾਂ ਸਾਡਾ ਸੋਸ਼ਲ ਮੀਡੀਆ ਪੇਜ ਦੇਖੋ। ਹੁਣ ਤੇ ਐਕਸੈਸਿਬਲ ਹਰ ਬੰਦੇ ਕੋਲ ਮੋਬਾਈਲ ਹੈ, ਬਿਲकुल ਉਹ ਦੇਖ ਲਓ, ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਜੀ ਅਗਰ ਜੀ ਫਿਰ ਜੀ ਵੀ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੁੰਦੀ ਹੈ ਤਾਂ ਫਿਰ ਇੱਥੇ ਆ ਜਾਓ। ਸਰ ਵਾਪਟਾ ਸਿਟੀ 2 ਜਿਹੜੀ ਹੈਗੀ ਆ ਉਹਦੇ ਹਵਾਲੇ ਨਾਲ ਕੀ ਸਰ ਅਪਡੇਟ ਹੈ? ਵਾਬਡਾ ਸਿਟੀ 2 ਦੀ ਫਾਈਲ ਸਬਮਿਟ ਹੋ ਗਈ ਹੈ ਜੀ ਠੀਕ ਹੈ ਤੇ ਉਹ ਹੁਣ ਅੰਡਰ ਪ੍ਰੋਸੈਸ ਹੈ। ਠੀਕ ਹੈ ਉਹ ਰੈਵਨਿਊ ਡਿਪਾਰਟਮੈਂਟ ਨੂੰ ਅਸੀਂ ਉਹਦੇ ਐਨਓਸੀ ਵਾਸਤੇ ਲਿਖਿਆ ਹੋਇਆ, ਜੀ ਜੀ ਹਾਂ ਅੰਡਰ ਪ੍ਰੋਸੈਸ ਹੈ। ਅੱਛਾ ਅੱਛਾ ਦੂਸਰਾ ਸਰ ਹੈ ਕਿ ਜਿਹੜੀਆਂ ਸੁਸਾਇਟੀਆਂ ਆਲੇ ਮਹੀਨੇ ਦੇ ਵਿੱਚ ਤਕਰੀਬਨ ਕਾਫੀ ਕੋਈ 200 ਪਲੱਸ ਸੁਸਾਇਟੀਆਂ ਮੇਰੇ ਖਿਆਲ ਸੀਲ ਹੋਈਆਂ ਵਾ, ਤੇ ਇਹਨਾਂ ਦੇ ਹਵਾਲੇ ਨਾਲ ਸਰ ਤੁਸੀਂ ਸੁਸਾਇਟੀ ਸੀਲ ਕਰਕੇ ਵਾਪਸ ਆਉਂਦੇ ਜੀ, ਸੁਸਾਇਟੀ ਦੁਬਾਰਾ ਓਪਨ ਹੋ ਜਾਂਦੀ, ਇਹਦੇ ਹਵਾਲੇ ਨਾਲ ਕੀ ਕਹਿੰਦੇ ਸਰ? ਮੁਖਤਲਿਫ ਜੁਹਾਤ ਹੁੰਦੀਆਂ ਕਿਉਂ ਸੀਲ ਕਰਦੇ ਆ। ਜੀ ਜੀ ਅਗਰ ਤੇ ਸੁਸਾਇਟੀ ਬਰਾਊਨ ਏਰੀਆ ਤੋਂ ਬਾਹਰ ਹੈ, ਠੀਕ ਹੈ ਕਿਸੇ ਗ੍ਰੀਨ ਏਰੀਆ 'ਚ ਕਿਸੇ ਨੇ ਜ਼ਬਰਦਸਤੀ ਅਗਰ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਟੋਟਲੀ ਇਲੀਗਲ, ਉਹ 'ਤੇ ਕੋਈ ਕੰਪਰੋਮਾਈਜ਼ ਨਹੀਂ, ਉਹ ਸਿੱਧਾ ਅਸੀਂ ਡੈਮੋਲਿਸ਼ਨ ਦੇ ਜਾਂਦੇ, ਡਿਮੋਲਿਸ਼ ਕਰ ਦਿੰਦੇ। ਦੂਸਰੀ ਕੁਛ ਸਾਡੀਆਂ ਐਸੀਆਂ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਸੀ, ਜਿਹੜੀਆਂ ਅਸੀਂ ਰਿਕਵਰੀ ਮੁਹਿੰਮ ਵੀ ਇੱਕ ਕੀਤੀ ਸੀ, ਸਾਡੇ ਪੈਂਡਿੰਗ ਡਿਊਜ਼ ਹੁੰਦੇ ਆ ਅੰਡਰ ਪ੍ਰੋਸੈਸ ਸੁਸਾਇਟੀਜ਼ ਨੇ, ਜੀ ਜੀ ਉਹਨਾਂ ਦੇ ਅਸੀਂ ਆਫਿਸਿਸ ਸੀਲ ਕਰਦੇ ਹਾਂ। ਫਿਰ ਜੀ ਜਦੋਂ ਬਿਲਕੁਲ ਸਾਨੂੰ ਕੋਈ ਇੰਸਟਾਲਮੈਂਟ ਆ ਜਾਂਦੀ ਹੈ ਜਾਂ ਪੈਸੇ ਆ ਜਾਂਦੇ ਉਹ ਡੀ ਸੀਲ ਕਰ ਦਿੰਦੇ ਆ। ਅਗਰ ਕੋਈ ਜ਼ੋਰਾ ਜ਼ੋਰੀ ਕਰਦੇ ਆ ਲੋਕ ਜੀ ਜੀ ਕਿ ਬਿਲकुल ਖੁਦ ਡੀ ਸੀਲ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਸੀਲਾਂ ਤੋੜ ਲੈਂਦੇ ਆ, ਤਾਂ ਉਹਨਾਂ ਦੇ ਖਿਲਾਫ ਅਸੀਂ FIR ਵੀ ਦਿੰਦੇ, ਪਰਚੇ ਦਰਜ ਕਰਾਉਂਦੇ। ਬਿਲਕੁਲ ਬਿਲकुल ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਕੋਈ ਵੀ ਸੁਸਾਇਟੀ ਤੁਸੀਂ ਆਪਣਾ ਪੈਸਾ ਇਨਵੈਸਟਮੈਂਟ ਕਰਨ ਤੋਂ ਪਹਿਲੇ ਐਫਡੀਏ ਆਫਿਸ ਆਓ, ਵੈਬ ਪੋਰਟਲ ਤੇ ਚੈੱਕ ਕਰ ਲਓ ਕਿਹੜੀ ਸੁਸਾਇਟੀ ਐਫਡੀਏ ਤੋਂ ਅਪਰੂਵਡ ਹੈ ਤੇ ਕਿਹੜੀ ਸੁਸਾਇਟੀ ਗੈਰ ਕਾਨੂੰਨੀ, ਤੇ ਆਪਣਾ ਪੈਸਾ ਬਿਲਕੁਲ ਵੀ ਨਾ ਡੁਬਾਓ। ਆਪਣਾ ਪੈਸਾ ਇਨਵੈਸਟਮੈਂਟ ਕਰਨਾ ਤੇ ਕਿਸੇ ਚੰਗੀ ਸੁਸਾਇਟੀ 'ਚ ਕਰੋ ਜਿਹੜੀ ਐਫਡੀਏ ਤੋਂ ਅਪਰੂਵਡ ਹੋਵੇ, ਨਾ ਕਿ ਗੈਰ ਕਾਨੂੰਨੀ ਹੋਵੇ।